ਹੈਲੋ ਸਟੂਡੈਂਟਸ। ਹੁਣ ਆਪਾਂ ਅੱਗੇ ਪਾਰਟ 4 ਪਾਵਰ ਪੁਆਇੰਟ ਨਾਲ ਜਾਣ ਪਹਿਚਾਣ ਉਹਦੇ ਵਿੱਚ ਅੱਗੇ ਅਸੀਂ ਹੋਮ ਰਿਬਨ ਬਾਰੇ ਜਾਣਕਾਰੀ ਦੇਖਦੇ ਹਾਂ। ਹੋਮ ਰਿਬਨ ਕੀ ਚੀਜ਼ ਹੈ, ਹੋਮ ਰਿਬਨ ਕਿੱਥੇ ਹੁੰਦਾ ਹੈਗਾ ਉਹ ਵੀ ਤੁਸੀਂ ਧਿਆਨ ਨਾਲ ਦੇਖੋ ਹੈਗੇ। ਜਦੋਂ ਆ ਸਾਡੇ ਕੋਲ ਰਿਬਨ ਆ ਜਾਂਦਾ ਹੈਗਾ, ਰਿਬਨ ਦੇ ਵਿੱਚ ਆ ਚੀਜ਼ ਆ ਜਾਂਦੀ ਹੈ, ਆ ਰਿਬਨ ਆ ਗਿਆ ਔਰ ਇਹਦੇ ਵਿੱਚ ਅਲੱਗ-ਅਲੱਗ ਸਾਡੇ ਕੋਲ ਆ ਜਾਂਦੀਆਂ ਹੈਗੀਆਂ ਟੈਬਸ ਹੋਮ ਰਿਬਨ ਦੀਆਂ। ਕਿ ਜਿਸ ਤਰ੍ਹਾਂ ਸਭ ਤੋਂ ਪਹਿਲਾਂ ਆ ਗਈ ਹੋਮ। ਹੋਮ ਦਾ ਕੀ ਕੰਮ ਹੈ, ਇਹਦੇ ਵਿੱਚ ਸਾਰੇ ਫੰਕਸ਼ਨ ਹੁੰਦੇ ਹੈਗੇ, ਫੌਂਟ, ਪੈਰਾਗ੍ਰਾਫ, ਡਰਾਇੰਗ ਵਗੈਰਾ ਦੇ। ਉਦੋਂ ਬਾਅਦ ਇਨਸਰਟ ਆ ਜਾਂਦੀ ਹੈ ਸਾਡੇ ਕੋਲ। ਇਨਸਰਟ ਟੈਬ ਦੇ ਵਿੱਚ ਅਸੀਂ ਕੀ ਲੈਂਦੇ ਹੈਗੇ ਆ, ਇਨਸਰਟ ਟੇਬਲ, ਟੈਕਸਟ ਬਾਕਸ, ਕਿਸੇ ਵੀ ਤਰ੍ਹਾਂ ਦੇ ਕਲਿੱਪ ਆਰਟ, ਸਮਾਰਟ ਆਰਟ ਵਗੈਰਾ, ਕੋਈ ਵੀਡੀਓ ਇਨਸਰਟ ਕਰਨੀ, ਉਹ ਚੀਜ਼ਾਂ ਆ ਜਾਂਦੀਆਂ। ਉਸ ਤੋਂ ਬਾਅਦ ਆ ਜਾਂਦਾ ਡਿਜ਼ਾਈਨ। ਇਹਦੇ ਵਿੱਚ ਅਸੀਂ ਕੋਈ ਪੇਜ ਦਾ ਲੇਆਊਟ ਬਦਲਣਾ, ਕੋਈ ਸਲਾਈਡ ਬਦਲਣਾ, ਕੋਈ ਕਲਰ, ਕੋਈ ਬੈਕਗਰਾਊਂਡ ਸਟਾਈਲ, ਗ੍ਰਾਫਿਕਸ ਵਗੈਰਾ ਸਭ ਕੁਛ ਆ ਜਾਂਦਾ ਇਸ 'ਚ। ਟ੍ਰਾਂਜੀਸ਼ਨਸ ਦੇ ਹੁੰਦਾ ਹੈਗਾ ਜਿਸ ਤਰ੍ਹਾਂ ਆਪਾਂ ਕੋਈ ਇੱਕ ਸਲਾਈਡ ਤੋਂ ਬਾਅਦ ਦੂਸਰੀ ਸਲਾਈਡ ਕਿਸ ਤਰ੍ਹਾਂ ਸਾਡੇ ਕੋਲ ਆਵੇ ਤਾਂ ਉਹਦੀਆਂ ਵਿਸ਼ੇਸ਼ਤਾਵਾਂ ਇਹਦੇ ਵਿੱਚ ਹੈ। ਐਨੀਮੇਸ਼ਨਸ ਦੇ ਵਿੱਚ ਹੁੰਦਾ ਹੈਗਾ ਜਿਸ ਤਰ੍ਹਾਂ ਅਸੀਂ ਆਪਣੇ ਟੈਕਸਟ ਦੇ ਰਹੇ ਹਾਂ, ਟੈਕਸਟ ਨੂੰ ਉਹ ਕਿਸ ਢੰਗ ਨਾਲ ਸਾਡੇ ਸਾਹਮਣੇ ਲੈ ਕੇ ਆਵੇ। ਸਲਾਈਡ ਸ਼ੋ ਸਾਡੀ ਸਕਰੀਨ ਦੀ ਫੁੱਲ ਸਕਰੀਨ ਦੇ ਉੱਤੇ ਸਾਡੀਆਂ ਸਲਾਈਡਸ ਨੂੰ ਦਿਖਾਉਣਾ, ਰਿਵਿਊ ਅਤੇ ਵਿਊ। ਠੀਕ ਹੈ, ਇਹ ਵੀ ਇਹਦੇ ਕੀ ਹੈ, ਹੋਮ ਟੈਬ ਰਿਬਨ ਦੇ ਪਾਰਟਸ ਹੈਗੇ। ਜਿਸ ਤਰ੍ਹਾਂ ਹੁਣ ਇੱਕ ਸਲਾਈਡ ਤੋਂ ਬਾਅਦ ਦੂਸਰੀ ਸਲਾਈਡ ਆਈ ਹੈ, ਇਹ ਚੀਜ਼ ਹੈਗੀ ਹੈ ਸਲਾਈਡ ਟ੍ਰਾਂਜੀਸ਼ਨਸ ਹੈਗੀਆਂ। ਉਸ ਤੋਂ ਬਾਅਦ ਜਦੋਂ ਅਸੀਂ ਕੋਈ ਵੀ ਟੈਕਸਟ ਲਿਖਦੇ ਹਾਂ, ਠੀਕ ਹੈ, ਉਹਦੇ ਨਾਲ ਸਾਨੂੰ ਇੱਕ ਫਾਰਮੈਟ ਟੈਬ ਦਿਖਾਈ ਦਿੰਦੀ ਹੈ। ਉਹਦੇ ਵਿੱਚੋਂ ਵੀ ਅਸੀਂ ਕੁਛ ਵੀ ਫੌਂਟ, ਪੈਰਾਗ੍ਰਾਫ ਐਡਿਟ ਦਾ ਕੰਮ ਸਾਰੀਆਂ ਚੀਜ਼ਾਂ ਕਰ ਸਕਦੇ ਹਾਂ। ਫਿਰ ਹੁੰਦੀ ਹੈ ਸਾਡੇ ਕੋਲ ਸਲਾਈਡ ਪੇਨ। ਇਹ ਉਹ ਏਰੀਆ ਜਿੱਥੇ ਸਲਾਈਡਸ ਨੂੰ ਬਣਾਇਆ ਅਤੇ ਬਦਲਿਆ ਜਾ ਸਕਦਾ ਹੈ। ਨੋਟਸ ਪੇਨ ਹੁੰਦੇ ਹੈ, ਨੋਟਸ ਪੇਨ ਸਟੇਟਸ ਬਾਰ ਦੇ ਉੱਪਰ ਹੁੰਦੀ ਹੈ, ਇਹਦੀ ਜਗ੍ਹਾ ਸਪੀਕਰ ਨੋਟਸ ਲਿਖਣ ਵਾਸਤੇ ਵਰਤੀ ਜਾਂਦੀ ਹੈ। ਸਟੇਟਸ ਬਾਰ ਹੁੰਦੀ ਹੈ, ਸਟੇਟਸ ਬਾਰ ਦੇ ਵਿੱਚ ਅਸੀਂ ਆਪਸ਼ਨ ਸਲਾਈਡ ਨੂੰ ਅਸੀਂ ਜ਼ੂਮ ਕਰਨਾ, ਜ਼ੂਮ ਕਰਕੇ ਵੇਖ ਸਕਦੇ ਹਾਂ। ਸਲਾਈਡ ਟੈਬ ਪੇਨ ਹੁੰਦੀ ਹੈ, ਇਹਦੇ ਵਿੱਚ ਸਲਾਈਡ ਦਾ ਛੋਟਾ ਵਿਊ ਮੀਨਸ ਬਿਲਕੁਲ ਥੰਬਨੇਲ ਅੰਗੂਠੇ ਵਰਗਾ, ਅੰਗੂਠੇ ਦੇ ਨੌ ਜਿੰਨਾ ਅਸੀਂ ਸਲਾਈਡਸ ਦੀ ਤਰਤੀਬ ਨੂੰ ਦੇਖ ਸਕਦੇ ਹਾਂ। ਇਸ ਤੋਂ ਬਾਅਦ ਹੈ ਅਸੀਂ ਪਾਵਰ ਪੁਆਇੰਟ ਦੇ ਵਿੱਚ ਪ੍ਰੈਜੈਂਟੇਸ਼ਨਸ ਕਿਵੇਂ ਬਣਾਉਣੇ ਆ, ਉਹਦੇ ਕਿਹੜੇ ਤਰੀਕੇ ਹੈ। ਉਹਦੇ ਤਰੀਕੇ ਹੈਗੇ ਸਾਡੇ ਕੋਲ 5 ਹੈ। ਬਲੈਂਕ ਪ੍ਰੈਜੈਂਟੇਸ਼ਨ, ਰੀਸੈਂਟ ਟੈਂਪਲੇਟ, ਸੈਂਪਲ ਟੈਂਪਲੇਟ, ਥੀਮਸ ਅਤੇ ਮਾਈ ਟੈਂਪਲੇਟ। ਇਹਨਾਂ ਰਾਹੀਂ ਅਸੀਂ ਕੀ ਬਣਾ ਸਕਦੇ ਹਾਂ, ਪਾਵਰ ਪੁਆਇੰਟ ਪ੍ਰੈਜੈਂਟੇਸ਼ਨ। 6ਵਾਂ ਹੈਗਾ ਸਾਡੇ ਕੋਲ ਨਿਊ ਫਾਰਮ ਐਗਜ਼ਿਸਟਿੰਗ। ਠੀਕ ਹੈ, ਸਭ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਬਲੈਂਕ ਪ੍ਰੈਜੈਂਟੇਸ਼ਨ ਦੇ ਨਾਲ ਕਿਹੜੇ ਬਲੈਂਕ ਪ੍ਰੈਜੈਂਟੇਸ਼ਨ ਦੇ ਨਾਲ ਅਸੀਂ ਕਿਵੇਂ ਬਣਾ ਸਕਦੇ ਹਾਂ ਆਪਣੀ ਪਾਵਰ ਪੁਆਇੰਟ ਦੀ ਪ੍ਰੈਜੈਂਟੇਸ਼ਨ। ਸਭ ਤੋਂ ਪਹਿਲਾਂ ਅਸੀਂ ਕੀ ਕਰਦੇ ਹਾਂ, ਫਾਈਲ ਮੈਨੂ 'ਤੇ ਕਲਿੱਕ ਕਰਦੇ ਹਾਂ, ਨਿਊ 'ਤੇ ਕਲਿੱਕ ਕਰਦੇ ਹਾਂ। ਉਸ ਤੋਂ ਬਾਅਦ ਜਿਹੜੇ ਵੀ ਸਾਡੇ ਕੋਲ ਅਵੇਲੇਬਲ ਟੈਂਪਲੇਟ ਅਤੇ ਥੀਮਸ ਹੁੰਦੇ ਆ ਉਹਨਾਂ ਦੇ ਉੱਤੇ ਕਲਿੱਕ ਕਰਦੇ ਹਾਂ ਤਾਂ ਸਾਨੂੰ ਇੱਕ ਬਲੈਂਕ ਪ੍ਰੈਜੈਂਟੇਸ਼ਨ ਨਜ਼ਰ ਆਉਂਦੀ ਹੈ। ਉਸ ਦੇ ਉੱਤੇ ਅਸੀਂ ਕਲਿੱਕ ਕਰ ਦਿੰਦੇ ਹਾਂ, ਜਾਂ ਅਸੀਂ ਕੀ ਕਰਦੇ ਹਾਂ, ਕੰਟਰੋਲ ਅਤੇ ਐਨ ਕੀ ਦਬਾਉਂਦੇ ਹਾਂ ਤਾਂ ਵੀ ਸਾਡੀ ਬਲੈਂਕ ਪ੍ਰੈਜੈਂਟੇਸ਼ਨ ਬਣ ਜਾਂਦੀ ਹੈ। ਉਸ ਤੋਂ ਬਾਅਦ ਆ ਜਾਂਦਾ ਰੀਸੈਂਟ ਟੈਂਪਲੇਟ। ਰੀਸੈਂਟ ਟੈਂਪਲੇਟ ਦਾ ਮੀਨਿੰਗ ਹੁੰਦਾ ਹੈਗਾ ਜਿਹੜੇ ਅਸੀਂ ਕੋਈ ਵੀ ਟੈਂਪਲੇਟ ਹੁਣੀ ਪਹਿਲਾਂ ਵਰਤ ਚੁੱਕੇ ਹਾਂ ਉਹਨਾਂ ਦੇ ਵਿੱਚੋਂ ਅਸੀਂ ਕੋਈ ਵੀ ਫਾਈਲ ਵਰਤਣੀ ਹੋਵੇ। ਉਹਦੇ ਵਿੱਚ ਕੀ ਹੁੰਦਾ, ਪਹਿਲਾਂ ਅਸੀਂ ਫਾਈਲ ਮੈਨੂ 'ਤੇ ਕਲਿੱਕ ਕਰਦੇ ਹਾਂ, ਫਿਰ ਅਸੀਂ ਨਿਊ 'ਤੇ ਕਰਦੇ ਹਾਂ। ਉਸ ਤੋਂ ਬਾਅਦ ਅਵੇਲੇਬਲ ਟੈਂਪਲੇਟ ਅਤੇ ਥੀਮ ਦੇ ਵਿੱਚੋਂ ਰੀਸੈਂਟ ਟੈਂਪਲੇਟ ਨੂੰ ਚੁਣਦੇ ਹਾਂ ਅਤੇ ਆਪਣੀ ਪਸੰਦ ਦੀ ਟੈਂਪਲੇਟ ਚੁਣ ਕੇ ਅਸੀਂ ਐਂਟਰ ਕੀ ਦਬਾ ਦਿੰਦੇ ਹਾਂ। ਫਿਰ ਆ ਜਾਂਦਾ ਸੈਂਪਲ ਟੈਂਪਲੇਟ। ਠੀਕ ਹੈ, ਇਹਦੇ ਨਾਲ ਵੀ ਅਸੀਂ ਪ੍ਰੈਜੈਂਟੇਸ਼ਨ ਤਿਆਰ ਕਰਦੇ ਹਾਂ। ਇਹਦੇ ਕੀ ਸਟੈਪ ਹੈਗੇ ਆ, ਫਾਈਲ ਮੈਨੂ 'ਤੇ ਕਲਿੱਕ ਕਰਦੇ ਹਾਂ, ਨਿਊ ਆਪਸ਼ਨ 'ਤੇ ਅਵੇਲੇਬਲ ਟੈਂਪਲੇਟ ਅਤੇ ਥੀਮ ਅਤੇ ਸੈਂਪਲ ਟੈਂਪਲੇਟਸ ਨੂੰ ਅਸੀਂ ਚੁਣ ਲੈਂਦੇ ਹਾਂ ਅਤੇ ਆਪਣੀ ਪਸੰਦ ਦਾ ਜੋ ਵੀ ਸਾਡਾ ਟੈਂਪਲੇਟ ਹੁੰਦਾ ਉਸ ਨੂੰ ਅਸੀਂ ਚੁਣ ਕੇ ਕਲਾਸੀਕਲ ਫੋਟੋ ਐਲਬਮ ਬਾਦੀ ਇਹਨਾਂ 'ਚੋਂ ਚੁਣ ਕੇ ਐਂਟਰ ਕੀ ਦਬਾ ਦਿੰਦੇ ਹਾਂ। ਆਹ ਨੀਚੇ ਸਾਡੇ ਕੋਲ ਜਿਹੜੇ ਹੈਗੇ ਆ ਸੈਂਪਲ ਟੈਂਪਲੇਟ ਦੇ ਪਿਕਚਰਸ ਦਿਖਾਈਆਂ ਕਿ ਸੈਂਪਲ ਇਹਨਾਂ ਦੇ ਵਿੱਚ ਵੀ ਕਿਹੋ ਜਿਹੇ ਹੁੰਦੇ ਹੈਗੇ। ਉਸ ਤੋਂ ਬਾਅਦ ਆ ਜਾਂਦਾ ਥੀਮਸ। ਥੀਮਸ ਕੀ ਚੀਜ਼ ਹੈ, ਪਹਿਲਾਂ ਤੋਂ ਬਣੇ ਬਣਾਏ ਰੰਗ, ਫੌਂਟ ਅਤੇ ਇਫੈਕਟ ਹੁੰਦੇ ਹੈ। ਇਹ ਪ੍ਰੋਫੈਸ਼ਨਲ ਪ੍ਰੈਜੈਂਟੇਸ਼ਨ ਡਿਜ਼ਾਈਨ ਕਰਨ ਦੇ ਕੰਮ ਆਉਂਦੇ ਹੈਗੇ ਜਿਹੜੇ ਪਹਿਲਾਂ ਤੋਂ ਹੀ ਬਣੇ ਬਣਾਏ ਹੁੰਦੇ ਹੈ। ਥੀਮਸ ਦੇ ਜ਼ਰੀਏ ਅਸੀਂ ਕਿਵੇਂ ਬਣਾਉਂਦੇ ਹਾਂ ਇੱਕ ਪ੍ਰੈਜੈਂਟੇਸ਼ਨ, ਪਹਿਲਾਂ ਅਸੀਂ ਫਾਈਲ ਮੈਨੂ 'ਤੇ ਕਲਿੱਕ ਕਰਦੇ ਹਾਂ, ਨਿਊ ਨੂੰ ਚੁਣਦੇ ਹਾਂ, ਫਿਰ ਅਵੇਲੇਬਲ ਟੈਂਪਲੇਟਸ 'ਤੇ ਕਲਿੱਕ ਕਰਦੇ ਹਾਂਗੇ। ਉਸ ਦੇ ਵਿੱਚੋਂ ਆਪਣੀ ਪਸੰਦ ਦਾ ਥੀਮਸ ਚੁਣਦੇ ਹਾਂ ਅਤੇ ਐਂਟਰ ਕੀ ਦਬਾ ਦਿੰਦੇ ਹਾਂ। ਫਿਰ ਹੈ ਮਾਈ ਟੈਂਪਲੇਟ। ਇਹਦੇ ਵਿੱਚ ਅਸੀਂ ਆਪਣੀ ਪਸੰਦ ਦੇ ਟੈਂਪਲੇਟਸ ਨੂੰ ਇਕੱਠਿਆ ਕਰਕੇ ਰੱਖ ਸਕਦੇ ਹਾਂ। ਇਹਦੇ ਵਿੱਚ ਪਹਿਲਾਂ ਅਸੀਂ ਫਾਈਲ ਮੈਨੂ 'ਤੇ ਕਲਿੱਕ ਕਰਦੇ ਹਾਂ, ਉਸ ਤੋਂ ਬਾਅਦ ਨਿਊ ਚੁਣਦੇ ਹਾਂ, ਫਿਰ ਅਸੀਂ ਅਵੇਲੇਬਲ ਟੈਂਪਲੇਟਸ ਦੇ ਉੱਤੇ ਕਲਿੱਕ ਕਰਕੇ ਉਸ ਦੇ ਵਿੱਚੋਂ ਮਾਈ ਟੈਂਪਲੇਟ ਨੂੰ ਚੁਣਦੇ ਹਾਂ। ਕੋਈ ਵੀ ਪਰਸਨਲ ਟੈਂਪਲੇਟ ਚੁਣੋ ਅਤੇ ਐਂਟਰ ਕੀ ਨੂੰ ਦਬਾਓ।
ਉਸ ਤੋਂ ਬਾਅਦ ਅਸੀਂ ਪ੍ਰੈਜੈਂਟੇਸ਼ਨ ਨੂੰ ਨਿਊ ਫਰੋਮ ਐਗਜ਼ਿਸਟਿੰਗ ਦੁਆਰਾ ਕਿਵੇਂ ਬਣਾਉਂਦੇ ਆ। ਸਭ ਤੋਂ ਪਹਿਲਾਂ ਫਾਈਲ ਮੈਨੂ ਤੇ ਕਲਿੱਕ ਕਰਦੇ ਆ, ਨਿਊ ਆਪਸ਼ਨ ਨੂੰ ਚੁਣਦੇ ਆ, ਅਵੇਲੇਬਲ ਟੈਂਪਲੇਟਸ ਥੀਮਸ ਦੇ ਵਿੱਚੋਂ ਨਿਊ ਫਰੋਮ ਐਗਜ਼ਿਸਟਿੰਗ ਨੂੰ ਚੁਣਦੇ ਆ। ਆਪਣੀ ਪਸੰਦ ਦਾ ਉਹਨਾਂ ਵਿੱਚੋਂ ਕੋਈ ਵੀ ਟੈਂਪਲੇਟ ਚੁਣੋ ਤੇ ਐਂਟਰ ਕੀ ਦਬਾਓ। ਇਹ ਤਾਂ ਸੀ ਵੀ ਤੁਸੀਂ ਪਾਵਰ ਪੁਆਇੰਟਸ ਦੇ ਵਿੱਚ ਕਿਹੜੇ ਤਰੀਕਿਆਂ ਨਾਲ ਆਪਣੀ ਪ੍ਰੈਜੈਂਟੇਸ਼ਨ ਬਣਾ ਸਕਦੇ ਹੋ। ਹੁਣ ਅਸੀਂ ਜਦੋਂ ਪ੍ਰੈਜੈਂਟੇਸ਼ਨ ਤਿਆਰ ਕਰ ਰਹੇ ਹਾਂ ਉਹਦੇ ਵਿੱਚ ਅਸੀਂ ਕਈ ਸਲਾਈਡਸ ਇਕੱਠੀਆਂ ਕਰਦੇ ਹਾਂ, ਤਾਂ ਨਵੀਂ ਸਲਾਈਡ ਅਸੀਂ ਕਿਵੇਂ ਦਾਖਲ ਕਰਦੇ ਹਾਂ ਉਹ ਪੜ੍ਹਦੇ ਹਾਂ। ਹੋਮ ਟੈਬ ਦੇ ਸਲਾਈਡ ਗਰੁੱਪ ਦੇ ਵਿੱਚੋਂ ਨਿਊ ਸਲਾਈਡ ਦੇ ਉੱਤੇ ਕਲਿੱਕ ਕਰਦੇ ਹਾਂ। ਲੇਆਊਟ ਗੈਲਰੀ ਦੇ ਵਿੱਚੋਂ ਸਲਾਈਡ ਥੰਬਨੇਲ ਨੂੰ ਚੁਣੋ, ਜਾਂ ਫਿਰ ਅਸੀਂ ਕੀ ਕਰਦੇ ਹਾਂ, ਕੀਬੋਰਡ ਦੇ ਉੱਤੋਂ Ctrl+M ਕੀ ਦਬਾਉਣੇ ਆ। ਇਹਦਾ ਮਤਲਬ ਕੀ ਹੋ ਗਿਆ, Ctrl+M ਹੈ ਜਿਹੜੀ ਨਵੀਂ ਸਲਾਈਡ ਦਾਖਲ ਕਰਨ ਦੀ ਸ਼ਾਰਟਕਟ ਕੀ ਹੈ। ਉਦੋਂ ਬਾਅਦ ਅਸੀਂ ਪੜ੍ਹਦੇ ਹਾਂ ਲੇਆਊਟ ਅਤੇ ਆਟੋ ਸ਼ੇਪਸ ਕੀ ਹੁੰਦੀਆਂ ਹੈਗੀਆਂ। ਲੇਆਊਟ ਕੀ ਹੈ, ਇੱਕ ਸਧਾਰਨ ਡਿਜ਼ਾਈਨ ਹੈ, ਠੀਕ ਹੈ। ਇਹ ਸਾਨੂੰ ਆਬਜੈਕਟ ਦੀ ਸਥਿਤੀ ਦੱਸਦਾ ਹੈ। ਆਬਜੈਕਟ ਕੀ ਹੁੰਦੇ ਆ, ਕੋਈ ਵੀ ਟੈਕਸਟ ਹੋ ਗਿਆ, ਕੋਈ ਪਿਕਚਰਸ ਹੋ ਗਈ ਹੈਗੀ ਹੈ, ਟੇਬਲ ਹੈ, ਚਾਰਟ ਹੈ, ਕਲਿੱਪ ਆਰਟ ਹੈ, ਮੀਡੀਆ ਕਲਿੱਪ ਹੈ, ਸਮਾਰਟ ਆਰਟ ਹੈ, ਇਹ ਸਾਰੀਆਂ ਚੀਜ਼ਾਂ ਹੁੰਦੇ ਆਬਜੈਕਟ, ਠੀਕ ਹੈ। ਇਹਨਾਂ ਦਾ ਲੇਆਊਟ ਦੱਸਦਾ ਹੈ ਵੀ ਕਿਹੜੀ ਚੀਜ਼ ਕਿੱਥੇ ਆ ਰਹੀ ਹੈ। ਜਿਵੇਂ ਆ ਇਸ ਪਿਕਚਰ ਦੇ ਵਿੱਚ ਸਾਨੂੰ ਦੱਸ ਰਿਹਾ ਵੀ ਕਲਿੱਕ ਟੂ ਐਡ ਟਾਈਟਲ, ਅਸੀਂ ਟਾਈਟਲ ਦੇਣਾ ਹੈ ਤਾਂ ਅਸੀਂ ਇੱਥੇ ਲਿਖਣਾ ਹੈ, ਕੋਈ ਅਸੀਂ ਟੈਕਸਟ ਐਡ ਕਰਨਾ ਹੈ, ਕੋਈ ਟੇਬਲ ਐਡ ਕਰਨਾ ਹੈ, ਉਹ ਅਸੀਂ ਇਸ ਲੇਆਊਟ ਦੇ ਵਿੱਚ ਦਿੰਨੇ ਆ, ਠੀਕ ਹੈ। ਇਹ ਸਾਨੂੰ ਇਹ ਹੋ ਗਈ ਲੇਆਊਟ। ਜਦੋਂ ਅਸੀਂ ਕੋਈ ਵੀ ਨਵੀਂ ਸਲਾਈਡ ਖੋਲ੍ਹਦੇ ਹਾਂ ਤਾਂ ਲੇਆਊਟ ਆਪਣੇ ਆਪ ਖੁੱਲ੍ਹ ਜਾਂਦੀ ਹੈ। ਜਿਸ ਤਰ੍ਹਾਂ ਸਲਾਈਡ ਅਸੀਂ ਬਣਾਉਣਾ ਚਾਹੁੰਦੇ ਹਾਂ ਉਸੇ ਤਰ੍ਹਾਂ ਦੀ ਹੀ ਸਾਨੂੰ ਲੇਆਊਟ ਚੁਣਨੀ ਪੈਂਦੀ ਹੈ। ਉਸ ਤੋਂ ਬਾਅਦ ਹੈਗਾ ਸਲਾਈਡ ਲੇਆਊਟ ਨੂੰ ਲਾਗੂ ਕਰਨ ਦੇ ਸਟੈਪ ਕੀ ਹੈ। ਸਭ ਤੋਂ ਪਹਿਲਾਂ ਅਸੀਂ ਹੋਮ ਰਿਬਨ ਤੇ ਹੋਮ ਰਿਬਨ ਹੈ, ਇਹਦੇ ਉੱਤੇ ਅਸੀਂ ਕਲਿੱਕ ਕਰਦੇ ਹਾਂ। ਇਸ ਦੇ ਵਿੱਚੋਂ ਅਸੀਂ ਲੇਆਊਟ ਟੂਲ ਨੂੰ ਸਿਲੈਕਟ ਕਰਦੇ ਹਾਂ। ਉਹਦੇ ਵਿੱਚੋਂ ਆ ਪੁੱਲ ਡਾਊਨ ਮੈਨੂ ਲਿਸਟ, ਸਾਡੇ ਕੋਲ ਪੁੱਲ ਡਾਊਨ ਲਿਸਟ ਖੁੱਲ੍ਹਦੀ ਹੈ, ਉਹਨਾਂ ਦੇ ਵਿੱਚੋਂ ਅਸੀਂ ਆਪਣੀ ਪਸੰਦ ਦੀ ਲੇਆਊਟ ਲੈ ਕੇ ਅਸੀਂ ਐਂਟਰ ਕੀ ਨੂੰ ਦਬਾ ਦਿੰਦੇ ਹੈਗੇ, ਠੀਕ ਹੈ। ਉਸ ਤੋਂ ਬਾਅਦ ਕਲਿੱਪ ਆਰਟ ਤੇ ਸਮਾਰਟ ਆਰਟ ਬਾਰੇ ਅਸੀਂ ਅਗਲੀ ਵੀਡੀਓ 'ਚ ਪੜ੍ਹਦੇ ਹਾਂ। ਉਸ ਦੇ ਵਿੱਚ ਅਸੀਂ ਕਲਿੱਪ ਆਰਟ, ਸਮਾਰਟ ਆਰਟ ਤੇ ਵਿੰਡੋਜ਼ ਦੇ ਇਸ ਦੇ ਵਿਊ ਬਾਰੇ ਪੜਾਂਗੇ। ਬਾਏ ਬਾਏ ਬੇਟਾ।